ਮੈਨੂੰ ਇਹ ਪੜ੍ਹ ਕੇ ਅਫਸੋਸ ਹੋਇਆ ਕਿ ਪਰੇਸ਼ਾਨੀ 'ਚ ਸਾਡੇ ਮੁੱਖ ਮੰਤਰੀ ਦਾ ਚਿਹਰਾ ਲਾਇਆ ਹੋਇਆ ਹੈ। ਕਹਿੰਦਾ ਕਿ ਫੋਟੋ ਕੋਈ ਮਾੜੀ ਲਾਤੀ ਹੈ ਕਿ ਇੱਕ ਪਰੇਸ਼ਾਨ ਮਾਨ ਸਾਹਿਬ ਇਨ ਟਰਬਲ ਫਸ ਗਏ ਆ ਬੁਰੇ ਤਰੀਕੇ ਦੇ ਨਾਲ। ਮਡਲ ਮਤਲਬ ਇਹ ਹਿੰਦੁਸਤਾਨ ਦਾ ਮਸ਼ਹੂਰ ਮੈਗਜ਼ੀਨ ਹੈ ਰਾਜਾ ਵੜਿੰਗ ਜਾਂ ਪ੍ਰਤਾਪ ਸਿੰਘ ਬਾਜਵਾ ਜਾਂ ਕਾਂਗਰਸ ਦੇ ਵਿਅਕਤੀ ਨਹੀਂ ਕਹਿ ਰਹੇ ਕੀ ਲਿਖਿਆ ਨੇ। ਸਤਿ ਸ਼੍ਰੀ ਅਕਾਲ, ਮੈਂ ਹਰਸ਼ਦੀਪ ਕੌਰ, ਤੁਸੀਂ ਦੇਖ ਰਹੇ ਹੋ ਪੰਜਾਬ ਤੱਕ। ਭਗਵੰਤ ਮਾਨ ਸਰਕਾਰ ਪੰਜਾਬ 'ਚ 1 ਸਾਲ ਪੂਰਾ ਕਰਨ ਜਾ ਰਹੀ ਹੈ। ਪ੍ਰਾਪਤੀਆਂ ਗਿਣਵਾਈਆਂ ਜਾ ਰਹੀਆਂ ਨੇ ਪਰ ਨਾਕਾਮੀਆਂ ਤੇ ਕਮੀਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਵਿਚਕਾਰ ਇੰਡੀਆ ਟੁਡੇ ਦਾ ਇੱਕ ਆਰਟੀਕਲ ਮਾਨ ਇਨ ਅ ਮਡਲ ਮੁਸੀਬਤ ਮੇਂ ਭਗਵੰਤ ਮਾਨ ਇਹ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਮੇਰੇ ਨਾਲ ਅਨਿਲੇਸ਼ ਮਹਾਜਨ ਨੇ ਇੰਡੀਆ ਟੁਡੇ ਦੇ ਡਿਪਟੀ ਐਡੀਟਰ, ਉਹਨਾਂ ਨੇ ਇਹ ਸਭ ਕੁਝ ਕਿਉਂ ਲਿਖਿਆ ਇਸ ਨੂੰ ਡੀਕੋਡ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਰ ਬਹੁਤ-ਬਹੁਤ ਸਵਾਗਤ ਪੰਜਾਬ ਤੱਕ ਤੇ ਤੁਹਾਡਾ। ਥੈਂਕ ਯੂ। ਸਰ ਕੀ ਲੱਗਦਾ ਹੈ ਤੁਹਾਨੂੰ, ਤੁਸੀਂ ਲਿਖਿਆ ਮੁਸੀਬਤ ਮੇਂ ਮਾਨ, ਕਿਹੜੇ ਐਸਪੈਕਟਸ ਸੇ ਤੁਹਾਨੂੰ ਲੱਗਦਾ ਹੈ ਕਿ ਕਈ ਚੁਣੌਤੀਆਂ ਨੇ ਇਸ ਸਰਕਾਰ ਅੱਗੇ? ਦੇਖੋ, ਜਿਹੜਾ ਪੰਜਾਬ ਇਸ ਕੰਟਰੀ ਦਾ ਇੱਕ ਸੂਬਾ ਹੈ ਬੜਾ ਕੰਪਲੈਕਸ ਹੈ ਔਰ ਨਾ ਹੀ ਇਹਨਾਂ ਦੇ ਕੋਲ ਜ਼ਿਆਦਾ ਇਸ਼ੂਜ਼ ਜਿਹੜੇ ਨੇ ਉਹ ਬੜੇ ਕੰਪਲਿਕੇਟਿਡ ਨੇ, ਬਟ ਰਿਲੀਜੀਅਨ ਵਾਈਜ਼ ਇੱਕ ਬੜੇ ਹੀ ਕ੍ਰਾਸਰੋਡਸ ਤੇ ਸਾਡਾ ਇਹ ਸਟੇਟ ਹੈ। ਔਰ ਜਿਸ ਵੇਲੇ ਭਗਵੰਤ ਮਾਨ ਜੀ ਨੇ ਸਰਕਾਰ ਸੰਭਾਲੀ ਸੀਗੀ ਔਰ ਉਦੋਂ ਉਸ ਵੇਲੇ ਫਾਈਨੈਂਸ਼ੀਅਲ ਕ੍ਰਾਈਸਿਸ ਵੀ ਜਿਹੜਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਸੀਗਾ ਔਰ ਸਭ ਨੂੰ ਇਹ ਉਮੀਦ ਸੀ ਕਿ ਮੇਬੀ ਆਮ ਆਦਮੀ ਪਾਰਟੀ ਇੱਕ ਫਰੈਸ਼ ਪੇਅਰ ਆਫ ਬੂਟਸ ਦੇ ਨਾਲ ਇਸ ਮੈਦਾਨ 'ਚ ਉਤਰੀ ਹੈ ਤੇ ਉਹ ਕਾਫੀ ਨਵੇਂ ਆਈਡੀਆਜ਼ ਲੈ ਕੇ, ਨਵੇਂ ਆਊਟ ਆਫ ਦਾ ਬਾਕਸ ਥਿੰਕਿੰਗ ਲੈ ਕੇ ਉਹ ਸਰਕਾਰ ਨੂੰ ਸੰਭਾਲਣਗੇ ਔਰ ਸਾਨੂੰ 1 ਸਾਲ ਦੇ ਬਾਅਦ ਗ੍ਰੀਨ ਸ਼ੂਟਸ ਜਿਹੜੇ ਆ ਉਹ ਦਿਖਣੇ ਸ਼ੁਰੂ ਹੋਣਗੇ। ਔਰ ਅਗਰ ਅਸੀਂ ਇਹਦਾ ਪ੍ਰੀਕਰਸਰ ਲਈਏ ਤੇ 2020-21 ਦੇ ਵਿੱਚ ਬੜਾ ਵੱਡਾ ਕਿਸਾਨੀ ਯੂਨੀਅਨਸ ਨੇ ਅੰਦੋਲਨ ਕੀਤਾ ਪੰਜਾਬ ਦੇ ਵਿੱਚ ਔਰ ਪੰਜਾਬ ਦੇ ਬਾਹਰ ਇੱਥੇ ਦਿੱਲੀ ਦੇ ਵਿੱਚ ਆ ਕੇ ਵੀ ਉਹਨਾਂ ਨੇ ਮੋਰਚਾ ਸੰਭਾਲਿਆ ਔਰ ਸੈਂਟਰਲ ਗਵਰਨਮੈਂਟ ਨੂੰ ਫੋਰਸ ਕੀਤਾ ਕਿ ਆਪਣੇ ਜਿਹੜੇ 3 ਕਰੈਕਸ਼ਨਸ ਕੀਤੀਆਂ ਸੀਗੀਆਂ ਲਾਅ ਦੇ ਵਿੱਚ ਉਹਨੂੰ ਉਹ ਵਿਡਰਾ ਕਰਨ। ਔਰ ਉਸ ਤੋਂ ਬਾਅਦ ਇੱਕ ਰੈਜ਼ੀਡੂਅਲ ਐਂਗਰ ਵੀ ਸੀ ਕਿਉਂਕਿ 1 ਸਾਲ ਲੰਬਾ ਇਹ ਸਭ ਚੱਲਿਆ ਔਰ ਉਹਦਾ ਫਾਇਦਾ ਵੀ ਪੋਲੀਟੀਕਲੀ ਆਮ ਆਦਮੀ ਪਾਰਟੀ ਨੂੰ ਹੋਇਆ। ਹੁਣ ਜਦੋਂ ਅਸੀਂ 1 ਸਾਲ ਬਾਅਦ ਦੇਖਦੇ ਹਾਂ ਸਿਚੁਏਸ਼ਨ ਤੇ ਸਭ ਤੋਂ ਵੱਡਾ ਜਿਹੜਾ ਕ੍ਰਾਈਸਿਸ ਸਾਨੂੰ ਦਿਖਦਾ ਹੈ ਉਹ ਗਵਰਨੈਂਸ ਦਾ ਦਿਖਦਾ ਹੈ ਪੰਜਾਬ ਦੇ ਵਿੱਚ। ਲਾਅ ਐਂਡ ਆਰਡਰ ਉਹਦਾ ਇੱਕ ਸਿੰਪਟਮ ਅਸੀਂ ਕਹਿ ਸਕਦੇ ਹਾਂ, ਉਹ ਦਿਖਦਾ ਹੈ ਸਾਨੂੰ। ਫਿਰ ਉਸ ਤੋਂ ਬਾਅਦ ਪ੍ਰੋਟੈਸਟ ਜਿਹੜੇ ਪੰਜਾਬ ਦੇ ਵਿੱਚ ਹਰ ਡਿਸਟ੍ਰਿਕਟ ਦੇ ਵਿੱਚ ਪ੍ਰੋਟੈਸਟ ਚੱਲ ਰਹੇ ਹੈ। ਕੋਈ ਨੈਸ਼ਨਲ ਹਾਈਵੇ ਤੇ ਬੈਠਾ ਹੈ, ਕੋਈ ਉੱਥੇ ਰੇਲਵੇ ਦੀ ਪਟਰੀਆਂ ਨੂੰ ਰੋਕ ਕੇ ਬੈਠਾ ਹੈ, ਕੋਈ ਵਾਈਟਲ ਐਸੈਟਸ ਨੂੰ ਰੋਕ ਕੇ ਬੈਠਾ ਹੈ। ਪਰ ਇਹ ਪਹਿਲਾਂ ਵੀ ਤਾਂ ਪੰਜਾਬ 'ਚ ਹੁੰਦਾ ਸੀ, ਅਕਾਲੀ ਦਲ ਦੀ ਸਰਕਾਰ ਵੇਲੇ, ਕਾਂਗਰਸੀ ਸਰਕਾਰ ਵੇਲੇ ਅਸੀਂ ਇਹੋ ਜਿਹੇ ਬਹੁਤ ਸਾਰੇ ਪ੍ਰੋਟੈਸਟ ਦੇਖੇ ਨੇ। ਬਟ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਐਕਸਪੀਰੀਅੰਸ ਨਹੀਂ ਹੈ ਭਗਵੰਤ ਮਾਨ ਨੂੰ ਸਰਕਾਰ ਚਲਾਉਣ ਦਾ ਕਿ ਜਿਸ ਤਰ੍ਹਾਂ ਉਹ ਪਹਿਲਾਂ ਧਰਨਿਆਂ ਦੀ, ਪ੍ਰਦਰਸ਼ਨਾਂ ਦੀ, ਇਹ ਪਾਰਟੀ ਉਸ 'ਚੋਂ ਹੀ ਨਿਕਲੀ ਹੈ। ਪਹਿਲਾਂ ਜਿਸ ਤਰ੍ਹਾਂ ਉਹ ਉਹਨਾਂ ਨਾਲ ਹਾਮੀ ਭਰਦੇ ਸੀ, ਹੁਣ ਇਹਨਾਂ ਦਾ ਰਵੱਈਆ ਵੀ ਬਦਲ ਗਿਆ। ਦੇਖੋ ਜੀ, ਜਿਹੜੀ ਬਾਦਲ ਸਾਹਿਬ ਦੀ ਸਰਕਾਰ ਸੀਗੀ 97 ਤੋਂ ਲੈ ਕੇ 2002 ਤੱਕ ਔਰ ਉਸ ਤੋਂ ਬਾਅਦ 10 ਸਾਲ ਉਹਨਾਂ ਨੇ 2007 ਤੋਂ ਲੈ ਕੇ 17 ਤੱਕ ਚਲਾਈ ਹੈ। ਈਵਨ ਅਮਰਿੰਦਰ ਸਿੰਘ ਨੇ ਚਲਾਈ ਹੈ। ਉਹਨਾਂ ਕੋਲ ਨਾ ਹਮੇਸ਼ਾ ਉਹ ਲੋਕ ਰਹਿੰਦੇ ਸੀਗੇ ਜਿਹੜੇ ਕ੍ਰੈਡੀਬਲ ਸੀਗੇ ਔਰ ਉਹ ਜਾ ਕੇ ਧਰਨੇ ਪ੍ਰਦਰਸ਼ਨਾਂ ਦੇ ਵਿੱਚ ਲੋਕਾਂ ਨਾਲ ਗੱਲ ਕਰਦੇ ਸੀ ਤਾਂ ਇੱਕ ਉਹਨੂੰ ਫਲੈਸ਼ ਪੁਆਇੰਟ ਤੇ ਆਉਣ ਤੋਂ ਪਹਿਲੇ ਰੋਕ ਲੈਂਦੇ ਸੀ। ਹੁਣ ਇਸ ਵੇਲੇ ਅਗਰ ਤੁਸੀਂ ਦੇਖੀਏ ਮੋਹਾਲੀ ਦੇ ਵਿੱਚ ਬੰਦੀ ਸਿੱਖਾਂ ਦਾ ਮੋਰਚਾ ਚੱਲ ਰਿਹਾ ਹੈ, ਕੋਟਕਪੂਰੇ ਵੀ ਮੋਰਚਾ ਜਿਹੜਾ ਹੈ ਆਲਮੋਸਟ ਹੁਣ ਖਤਮ ਹੋਣ ਦੇ ਕਗਾਰ ਤੇ ਪਰ ਹਾਲੇ ਵੀ ਹੈ ਔਰ ਸਰਕਾਰ ਦੇ ਐਫਰਟਸ ਦੇ ਬਾਵਜੂਦ ਜਿਹੜਾ ਹੈ ਉੱਠ ਰਿਹਾ ਔਰ ਉਸ ਤੋਂ ਬਾਅਦ ਇੱਧਰ ਅੰਮ੍ਰਿਤਪਾਲ ਵਾਲੀ ਹਰਕਤਾਂ ਦੇਖੇ। ਇਸ ਤਰ੍ਹਾਂ ਕੋਈ ਵੀ ਜਿਹੜੇ ਸਰਕਾਰ ਦੇ ਨੇਤਾ ਇੱਦਾਂ ਦੇ ਨਹੀਂ ਹੈਗੇ ਜਿਨ੍ਹਾਂ ਕੋਲ ਕ੍ਰੈਡੀਬਿਲਿਟੀ ਹੋਵੇ ਉੱਥੇ ਜਾ ਕੇ ਗੱਲਬਾਤ ਕਰਨ, ਉਸਨੂੰ ਰਿਜ਼ੋਲਵ ਕਰਨ। ਹੁਣ ਅੱਜ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਹੁਣ ਉੱਥੇ ਮੂਸੇਵਾਲਾ ਦਾ ਪਰਿਵਾਰ ਹੈ ਉਹ ਵੀ ਮੋਰਚਾ ਲਗਾਉਣ ਨੂੰ ਫਿਰ ਰਿਹਾ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਨੂੰ ਗਵਰਨੈਂਸ ਦੇ ਇਸ਼ੂ ਦੇ ਉੱਤੇ ਸਾਨੂੰ ਅਨਕੰਫਰਟੇਬਲ ਕਰਦੇ ਹੈ ਕਿ ਸਰਕਾਰ ਕੋਲ ਉਹ ਮੈਸੇਂਜਰਸ ਨਹੀਂ ਹੈਗੇ ਜਿਹੜੇ ਜਾ ਕੇ ਕ੍ਰੈਡੀਬਲ ਵੌਇਸ ਨਾਲ ਗੱਲ ਕਰਨ ਔਰ ਇਹਨਾਂ ਜਿਹੜੇ ਡਿਸਪਿਊਟਸ ਹੈ ਉਹਨਾਂ ਨੂੰ ਜਾਂ ਤਾਂ ਰਿਜ਼ੋਲਵ ਕਰਾਉਣ ਜਾਂ ਘਟਾਉਣ। ਉਹਦਾ ਨਤੀਜਾ ਕੀ ਹੁੰਦਾ ਹੈ ਕਿ ਜਦੋਂ ਜੀਰੇ ਵਾਲਾ ਮੋਰਚਾ ਲੱਗਦਾ ਹੈ ਉੱਥੇ ਸਰਕਾਰ ਨੂੰ ਘੁਟਨੇ ਟੇਕਣੇ ਪੈਂਦੇ ਨੇ, ਉਹ ਫੈਕਟਰੀ ਸ਼ਟ ਡਾਊਨ ਕਰਨੀ ਪੈਂਦੀ ਹੈ। ਫਿਰ ਅਸੀਂ ਉਸ ਤੋਂ ਬਾਅਦ ਵੀ ਅਗਰ ਤੁਸੀਂ ਦੇਖੋਗੇ ਜਿੰਨੇ ਵੀ ਪ੍ਰੋਟੈਸਟ ਹੁੰਦੇ ਆ ਸਰਕਾਰ ਨੂੰ ਵਿਡਰਾ ਕਰਨਾ ਪੈਂਦਾ। ਬਟ ਇਸ ਵਿੱਚ ਭਗਵੰਤ ਮਾਨ ਸਰਕਾਰ 'ਚ ਇੱਕ ਚੀਜ਼ ਜੋ ਅਸੀਂ ਵੀ ਨੋਟਿਸ ਕੀਤੀ ਹੈ ਕਿ ਜਦੋਂ ਵੀ ਕੋਈ ਪ੍ਰਦਰਸ਼ਨ ਜਾਂ ਜਦੋਂ ਵੀ ਕੋਈ ਆਵਾਜ਼ ਉੱਠਦੀ ਹੈ ਪਹਿਲਾਂ ਤਾਂ ਉਸ ਆਵਾਜ਼ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਜਾਂ ਫਿਰ ਬਹੁਤ ਲੇਟ ਐਡਰੈਸ ਕੀਤਾ ਜਾਂਦਾ। ਇਹ ਅਸੀਂ ਦੇਖਣ ਨੂੰ ਜ਼ੀਰਾ ਵਾਲੀ ਹੋ ਗਿਆ, ਹੁਣ ਬੰਦੀ ਸਿੰਘਾਂ ਤੇ ਕੋਈ ਭਗਵੰਤ ਮਾਨ ਸਰਕਾਰ ਵੱਲੋਂ ਅਜੇ ਇਸ 'ਤੇ ਕੋਈ ਜਵਾਬ ਨਹੀਂ ਆਇਆ। ਸਿੱਧੂ ਮੂਸੇਵਾਲਾ ਦੇ ਪਰਿਵਾਰ ਬਾਰੇ, ਉਹਨਾਂ ਦੇ ਪੁੱਤ ਨੂੰ ਇਨਸਾਫ ਬਾਰੇ, ਹੈ ਨਾ,
ਬਹੁਤ ਸਾਰੇ ਸਵਾਲ ਪੁੱਛੇ ਜਾਂਦੇ ਨੇ ਪਰ ਸਰਕਾਰ ਇਹਨਾਂ ਸਵਾਲਾਂ ਨੂੰ ਲੈਣਾ ਨਹੀਂ ਚਾਹੁੰਦੀ ਤੇ ਅੰਮ੍ਰਿਤਪਾਲ ਹੁਣ ਇੱਕ ਵੱਡਾ ਇਸ਼ੂ ਹੈ। ਅਜਨਾਲਾ 'ਚ ਜਿਸ ਤਰੀਕੇ ਨਾਲ ਥਾਣੇ ਨੂੰ ਕੈਪਚਰ ਕੀਤਾ ਗਿਆ, ਨੈਸ਼ਨਲ ਮੀਡੀਆ ਨੇ ਦੇਖਿਆ, ਨਾਨ ਪੰਜਾਬੀਜ਼ ਜਿਹੜੇ ਨੇ ਉਹ ਵੀ ਪੁੱਛ ਰਹੇ ਨੇ ਕਿ ਅੰਮ੍ਰਿਤਪਾਲ ਕੌਣ ਹੈ, ਅੱਛਾ ਸਰਕਾਰ ਕੁਝ ਨਹੀਂ ਕਰ ਰਹੀ, ਪੁਲਿਸ ਕਿਵੇਂ ਬੇਵਸ ਹੋ ਗਈ। ਇਹ तमाम ਚੀਜ਼ਾਂ ਸਰਕਾਰ ਤੋਂ ਸਵਾਲ ਹੋ ਰਹੇ ਨੇ। ਇਹੀ ਹੈ ਕਿਉਂਕਿ ਨਾ ਜਿਹੜੀ ਇਹਨੂੰ ਰਿਜ਼ੋਲਵ ਕਰਨ ਦੀ ਟੈਂਡੈਂਸੀ ਹੈ ਉਹ ਵੀ ਥੋੜੀ ਜੀ ਡਿਫਰੈਂਟ ਹੈ। ਪਹਿਲੇ ਵੀ ਸਿੱਧੂ ਮੂਸੇਵਾਲਾ ਦਾ ਵੀ ਦੇਖੋ, ਮਤਲਬ ਇਹਨਾਂ ਦੇ ਹੀ ਇੱਕ ਐਮਪੀ ਬੋਲ ਰਿਹਾ ਕਿ ਗੈਂਗ ਵਾਰ ਦਾ ਨਤੀਜਾ ਹੈ। ਉਸ ਚੀਜ਼ ਨੂੰ ਡੀਜੀਪੀ ਵੀ ਰੈਸੀਪੀਕੇਟ ਕਰਦੇ ਆ। ਤੁਸੀਂ ਜਿਹੜੇ ਫੈਮਿਲੀ ਦੇ ਜਿਹੜੇ ਘਾਵ ਹੈ ਉਹਨੂੰ ਭਰਨ ਦੀ ਬਜਾਏ ਉਹਨੂੰ ਐਗਰੀਗੇਟ ਕਰ ਰਹੇ ਹੋ। ਐਸੇ ਤਰੀਕੇ ਜੀਰਾ ਹੈ, ਇਹਨਾਂ ਦੇ ਆਪਣੇ ਐਮਪੀ ਜਾ ਕੇ ਉੱਥੇ ਬੋਲ ਰਹੇ ਆ ਕਿ ਦੇਖੋ ਜੀ ਮੈਂ ਗਲਾਸ 'ਚ ਪਾਣੀ ਪੀ ਸਕਦਾ, ਰਾਦਰ ਦੈਨ ਇਸ ਨੂੰ ਐਡਰੈਸ ਕਰਨ ਦੇ ਸਟਾਰਟ ਇਨਸਲਟਿੰਗ ਦੀ ਪ੍ਰੋਟੈਸਟਰਸ। ਤੇ ਉਹ ਜਿਹੜੀ ਨੈਗੋਸੀਏਸ਼ਨ ਦੀ ਜਿਹੜੀ ਇਹਨਾਂ ਦੀ ਸਕਿੱਲਸ ਹੈ ਉਹਨਾਂ ਨੂੰ ਵੀਕ ਕਰ ਦਿੰਦੇ ਨੇ ਔਰ ਨੈਗੋਸੀਏਸ਼ਨ ਹੋ ਨਹੀਂ ਪਾਉਂਦੀ ਤੇ ਉਹ ਫਿਰ ਫਲੈਸ਼ ਪੁਆਇੰਟ ਵੱਲ ਜਾਂਦਾ ਹੈ ਤੇ ਨਤੀਜੇ ਅਸੀਂ ਸਾਰੇ ਦੇਖ ਹੀ ਰਹੇ ਹਾਂ। ਤੇ ਅੰਮ੍ਰਿਤਪਾਲ ਸਿੰਘ ਦੇ ਇਸ ਇਸ਼ੂ ਨੂੰ ਵੀ ਤੁਸੀਂ ਪੂਰੀ ਤਰ੍ਹਾਂ ਐਡਰੈਸ ਕੀਤਾ। ਇਸ ਇਸ਼ੂ ਨੂੰ ਵੀ ਅਜੇ ਭਗਵੰਤ ਮਾਨ ਸਰਕਾਰ ਇਸੇ ਕੋਈ ਜਵਾਬ ਦੇਣਾ ਨਹੀਂ ਚਾਹੁੰਦੀ। ਹਾਲਾਂਕਿ ਬਾਅਦ 'ਚ ਤੁਸੀਂ ਬਾਹਰਲੇ ਸੂਬਿਆਂ 'ਚ ਜਦੋਂ ਜਾਂਦੇ ਹੋ ਉਦੋਂ ਵੀ ਅੰਮ੍ਰਿਤਪਾਲ ਬਾਰੇ ਸਵਾਲ ਹੁੰਦੇ ਨੇ। ਤੁਸੀਂ ਕਹਿ ਰਹੇ ਹੋ ਕਿ ਲਾਅ ਐਂਡ ਆਰਡਰ ਦੇ ਨਾਲ ਕਿਸੇ ਨੂੰ ਵੀ ਖਿਲਵਾੜ ਨਹੀਂ ਕਰਨ ਦਿੱਤਾ ਜਾਏਗਾ, ਪਰ ਇੰਨੇ ਦਿਨ ਹੋ ਗਏ ਨੇ ਅਜਨਾਲਾ 'ਚ ਜੋ ਹਿੰਸਾ ਹੋਈ ਉਸ ਤੋਂ ਬਾਅਦ ਅਜੇ ਤੱਕ ਕਿਸੇ ਤੇ FIR ਨਹੀਂ ਕਿ ਸਰਕਾਰ ਅਜੇ ਤੱਕ ਵੀ ਪੁਲਿਸ ਅਜੇ ਤੱਕ ਉਹ ਚਿਹਰੇ ਨਹੀਂ ਪਛਾਣ ਪਾਈ ਜਿਨ੍ਹਾਂ ਤੇ FIR ਹੋਣੀ ਚਾਹੀਦੀ ਹੈ। ਦੇਖੋ ਜੀ, FIR ਕਰਨ ਵਾਸਤੇ ਚਿਹਰੇ ਪਛਾਣਨ ਦੀ ਲੋੜ ਨਹੀਂ ਹੁੰਦੀ। ਤੁਸੀਂ ਅਣਪਛਾਤੇ ਲੋਕਾਂ ਦੇ ਉੱਤੇ FIR ਕਰ ਸਕਦੇ ਹੋ। ਅਗਰ ਤੁਹਾਡੇ ਥਾਣੇ ਦੇ ਅੰਦਰ ਲੋਕ ਆਏ ਨੇ, ਯੂ ਸ਼ੁਡ ਹੈਵ ਫਾਈਲਡ ਦੀ FIR ਐਟ ਲੀਸਟ। ਔਰ ਉਸ ਨੂੰ ਮਤਲਬ ਇਹ ਤਾਂ ਅਗਰ ਥਾਣੇ ਚੋਂ ਕੋਈ ਨਿਕਲੇ, ਥਾਣੇ ਚੋਂ ਬਾਹਰ ਆਏ, DDR ਐਂਟਰੀ ਕਰਨੀ ਪੈਂਦੀ ਹੈ। ਮਤਲਬ ਦਿਸ ਇਜ਼ ਲਾਅ ਆਫ ਦ ਲੈਂਡ। ਅਗਰ ਤੁਸੀਂ FIR ਵੀ ਰਜਿਸਟਰ ਨਹੀਂ ਕਰ ਰਹੇ, ਐਕਚੁਅਲੀ ਯੂ ਆਰ ਵਾਇਲੇਟਿੰਗ ਕੰਟਰੀਜ਼ ਲਾਅ। ਔਰ ਇਹ ਪ੍ਰੋਸੀਡਸ ਤਾਂ ਹੋਣੇ ਚਾਹੀਦੇ ਹੈ। ਔਰ ਇਹ ਹੁਣ ਸਭ ਦੇ ਸਾਹਮਣੇ ਹੈ ਕਿ ਇਹਨੂੰ ਸਟ੍ਰੈਟੇਜਿਕਲੀ ਡੀਲ ਕੀਤਾ ਜਾ ਰਿਹਾ ਹੈ ਕਿ ਲਾਫੁਲੀ ਡੀਲ ਕੀਤਾ ਜਾ ਰਿਹਾ, ਪਰ ਘੱਟੋ ਘੱਟ ਲਾਫੁਲੀ ਜਿਹੜਾ ਹੈ ਸਾਨੂੰ ਡਾਊਟਸ ਨੇ। ਔਰ ਉਹ ਅਸੀਂ ਸਾਰੇ ਸਟੋਰੀ ਦੇ ਵਿੱਚ ਵੀ ਜਿਹੜਾ ਹੈ ਪੋਜੀਸ਼ਨ ਕੀਤੀਆਂ ਉਹਨਾਂ ਚੀਜ਼ਾਂ ਨੂੰ ਕਿ ਕਿਸ ਤਰੀਕੇ ਨਾਲ ਲਾਅ ਐਂਡ ਆਰਡਰ ਦੇ ਵਾਸਤੇ। ਹੁਣ ਦੇਖੋ, ਲਾਅ ਐਂਡ ਆਰਡਰ ਮੇਨਟੇਨ ਕਰਨਾ ਇੱਕ DGP ਦੀ ਰਿਸਪੌਂਸਿਬਿਲਟੀ ਹੈ, ਪਰ ਅਗਰ ਤੁਸੀਂ 8 ਮਹੀਨੇ ਤੋਂ ਇੱਕ DGP ਹੀ ਨਹੀਂ ਅਪਾਇੰਟ ਕਰ ਪਾ ਰਹੇ ਤੇ ਇਹ ਕੁਐਸਚਨਸ ਤਾਂ ਲੋਕਾਂ ਨੂੰ ਉਠਾਣੇ ਪੈਂਦੇ ਨਾ ਕਿ ਹਾਊ ਕੈਨ ਯੂ ਹੈਵ ਐਨ ਆਫੀਸ਼ੀਏਟਿੰਗ DGP ਜਿਹੜਾ ਸੀਨੀਅਰਟੀ ਦੇ ਵਿੱਚ ਵੀ ਨਹੀਂ ਹੈਗਾ, ਜਿਹਦੇ ਕੋਲ ਸਟੇਟ ਤੋਂ ਬਾਹਰ ਕੰਮ ਕਰਨ ਦਾ ਐਕਸਪੀਰੀਅੰਸ ਵੀ ਨਹੀਂ ਹੈਗਾ, ਔਰ ਹਾਊ ਹੀ ਵਿਲ ਡੂ ਹਿਸ ਡਿਊਟੀਜ਼। ਤੇ ਉਹ ਕੁਐਸਚਨਸ ਆਪੋਜੀਸ਼ਨ ਦੀਆਂ ਪਾਰਟੀਆਂ ਵੀ ਉਠਾ ਰਹੀਆਂ ਨੇ, ਬਟ ਉਹਨੂੰ ਐਡਰੈਸ ਕਰਨ ਵਾਸਤੇ ਕੁਝ ਕੀਤਾ ਨਹੀਂ ਜਾ ਰਿਹਾ। ਤੁਸੀਂ ਗਵਰਨੈਂਸ ਦੀ ਗੱਲ ਕੀਤੀ ਹੈ, ਲਾਅ ਐਂਡ ਆਰਡਰ ਦੀ ਗੱਲ ਕੀਤੀ, ਇਸ ਤੋਂ ਇਲਾਵਾ ਹੋਰ ਕਿਹੜੇ ਇਸ਼ੂ ਨੇ ਜਿਸ ਵਿੱਚ ਮਤਲਬ ਤੁਸੀਂ ਇਹਨਾਂ ਨੂੰ ਐਡਰੈਸ ਕੀਤਾ ਹੈ? ਦੇਖੋ, ਇੱਕ ਸਭ ਤੋਂ ਵੱਡਾ ਇਸ਼ੂ ਪੰਜਾਬ ਦੇ ਫਾਈਨਾਂਸਿਸ ਹੈ। ਪੰਜਾਬ ਇਜ਼ ਦੀ ਓਨਲੀ ਸਟੇਟ ਇਨ ਦੀ ਕੰਟਰੀ ਵਿਚ ਇਜ਼ ਇਨਟੂ ਡੈਟ ਟ੍ਰੈਪ। ਔਰ ਉਹਨਾਂ ਨੂੰ ਡੈਟ ਮੀਨਸ ਲੋਨ ਜਿਹੜਾ ਹੈ ਹੋਰ ਲੈਣਾ ਪੈ ਰਿਹਾ ਹੈ ਲੋਨ ਨੂੰ ਹੀ ਸਰਵਿਸ ਕਰਨ ਲਈ। ਜਿਹੜੇ ਪੁਰਾਣੇ ਲੋਨ ਨੇ ਉਹਨਾਂ ਨੂੰ ਸਰਵਿਸ ਕਰਨ ਵਾਸਤੇ ਹੀ ਉਧਾਰ ਲੈਣਾ ਪੈ ਰਿਹਾ। ਇਹਦਾ ਮਤਲਬ ਜਿਹੜੇ ਪੰਜਾਬ ਦਾ ਇਕਨੋਮਿਕ ਮਾਡਲ ਹੈ ਉਹ ਵਰਕ ਨਹੀਂ ਕਰ ਰਿਹਾ। ਇਹਦਾ ਮਤਲਬ ਜੋ ਲੋਕਲ ਇੰਡਸਟਰੀ ਜੋ ਪ੍ਰੋਡਿਊਸ ਕਰ ਰਹੀ ਹੈ ਉਹਨੂੰ ਪੰਜਾਬੀ ਕੰਜ਼ਿਊਮ ਨਹੀਂ ਕਰ ਪਾ ਰਹੇ, ਔਰ ਜਿਹੜਾ ਐਗਰੀਕਲਚਰ ਹੈ ਉਸ ਤੋਂ ਇੰਨਾ ਰੈਵਨਿਊ ਜਨਰੇਟ ਨਹੀਂ ਹੋ ਪਾ ਰਿਹਾ ਸਟੇਟ ਵਾਸਤੇ ਜਿਹੜਾ ਕਿ ਉਹਦੇ ਆਪਣੇ ਖਰਚੇ ਪੂਰੇ ਕਰ ਸਕੇ। ਔਰ ਜੇ ਤੁਸੀਂ ਮਾਡਲ ਵੀ ਚੇਂਜ ਕਰਨਾ ਹੈ, ਗਵਰਨੈਂਸ ਚੇਂਜ ਕਰਨੀ ਹੈ, ਜਾਂ ਲੋਕਾਂ ਦੇ ਵਿੱਚ ਥੋੜੀ ਜੀ ਸਰਕਾਰ ਵਾਸਤੇ ਇਕਬਾਲ ਪੈਦਾ ਕਰ ਰਹੇ, ਤੁਹਾਨੂੰ ਐਕਸਪੈਂਡੀਚਰ ਕਰਨਾ ਪਏਗਾ। ਔਰ ਉਹ ਐਕਸਪੈਂਡੀਚਰ ਕਰਨ ਵਾਸਤੇ ਸਰਕਾਰ ਕੋਲ ਪੈਸੇ ਨਹੀਂ ਹੈ। ਔਰ ਜਿਸ ਤਰੀਕੇ ਦੀ ਫਰੀਬੀਜ਼ ਜਿਹੜੀਆਂ ਹੈ ਪ੍ਰੋਮਿਸ ਕੀਤੀਆਂ ਗਈਆਂ ਨੇ ਔਰ ਜਿਹੜੀਆਂ ਡਿਲੀਵਰ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਹੈ, ਉਹ ਸਟੇਟ ਦੇ ਐਕਸਪੈਂਡੀਚਰ ਹੋਰ ਵਧਾ ਰਿਹਾ। ਔਰ ਜੋ ਐਕਸਪੈਂਡੀਚਰ ਰਿਫਾਰਮ ਪੰਜਾਬ ਵਾਸਤੇ ਹੋਣੇ ਚਾਹੀਦੇ ਸੀ ਉਹ ਨਹੀਂ ਹੋਏ। ਔਰ ਪਹਿਲੇ ਸਾਲ ਦੇ ਵਿੱਚ ਸਾਨੂੰ ਇਦਾਂ ਲੱਗਿਆ ਵੀ ਨਹੀਂ ਹੈ ਕਿ ਸਰਕਾਰ ਇਸ ਬਾਰੇ ਕੋਈ ਕਮਿਸ਼ਨ ਬਣਾਉਣ ਦੀ ਗੱਲ ਕਰੇ ਜਾਂ ਸਰਕਾਰ ਇਸ ਬਾਰੇ ਕੁਝ ਸੋਚੇ। ਹਾਲੇ ਸਾਨੂੰ ਦਿਖ ਨਹੀਂ ਰਿਹਾ। ਜੋ ਮੈਕਸਿਮਮ ਟੂ ਮੈਕਸਿਮਮ ਇਹ ਦਿਖ ਰਿਹਾ ਕਿ ਸਰਕਾਰ ਜਿਹੜੀ ਹੈ ਆਪਣੇ ਖਰਚੇ ਥੋੜੇ ਜਿਹੇ ਰੋਕਣ ਦੀ ਗੱਲ ਕਰ ਰਹੇ ਹੈ, ਪਰ ਇਹ ਹਮੇਸ਼ਾ ਸਟਾਪ ਕੈਪ ਅਰੇਂਜਮੈਂਟ ਹੁੰਦਾ ਹੈ। ਤੁਹਾਨੂੰ ਦੋ ਚੀਜ਼ਾਂ ਦੀ ਲੜਾਈ ਪੰਜਾਬ ਦੇ ਵਿੱਚ ਫਾਈਨੈਂਸ਼ੀਅਲੀ ਕਰਨੀ ਪਏਗੀ। ਇੱਕ ਲੜਾਈ ਕਰਨੀ ਪਏਗੀ ਐਕਸਪੈਂਡੀਚਰ ਰਿਫਾਰਮਸ ਦੀ, ਦੂਸਰੀ ਕਰਨੀ ਪਏਗੀ ਰੈਵਨਿਊ ਆਗਮੈਂਟੇਸ਼ਨ ਜਿਹੜੀ ਹੈ ਉਹ ਕਿ ਰੈਵਨਿਊ ਕਿਸ ਤਰ੍ਹਾਂ ਜਨਰੇਸ਼ਨ। ਔਰ ਐਕਸਪੈਂਡੀਚਰ ਦੇ ਵਿੱਚ ਇਹ ਇੱਕ ਮਤਲਬ ਸੌਲਟ ਔਨ ਦਾ ਵੂੰਡ ਹੁੰਦਾ ਹੈ ਕਿ ਤੁਸੀਂ ਫ੍ਰੀ ਪੀਸ ਹੋਰ ਵਧਾ ਦਿਓ ਔਰ ਉਸ ਦੇ ਉੱਤੇ ਤੁਸੀਂ ਕਹੋ ਕਿ ਹਾਂ ਜੀ ਇਹ ਮੇਰਾ ਬਰਥ ਰਾਈਟ ਹੈ ਕਿ ਮੈਂ ਸਿਟੀਜ਼ਨਸ ਨੂੰ ਫ੍ਰੀ ਡੋਲਸ ਦੇਣਾ ਚਾਹੁੰਦਾ, ਮੈਂ ਦਿਆਂਗਾ। ਬਟ ਅਗਰ ਦੇਣਾ ਚਾਹੁੰਦੇ ਹੋ ਬਾਈ ਆਲ ਮੀਨਸ, ਬਟ ਉਹਦੇ ਵਾਸਤੇ ਤੁਹਾਡੇ ਕੋਲ ਇਨਫ ਰੈਵਨਿਊਜ਼ ਹੋਣੇ ਚਾਹੀਦੇ ਨੇ। ਇੱਕ ਤਾਂ ਆਮ ਆਦਮੀ ਪਾਰਟੀ ਸਰਕਾਰ ਇਸ ਤੇ ਬਹੁਤ ਕਰਦੀ ਹੈ ਕਿ ਇਸ਼ਤਿਹਾਰਾਂ ਤੇ ਕਰੋੜਾਂ ਰੁਪਏ ਤੁਸੀਂ ਲਗਾ ਰਹੇ ਹੋ ਕਿ ਪੰਜਾਬ ਦਾ ਪੈਸਾ ਤੁਸੀਂ ਉਹਨਾਂ ਸਟੇਟਸ 'ਚ ਲਗਾ ਰਹੇ ਹੋ ਐਡਵਰਟਿਜ਼ਮੈਂਟ 'ਤੇ ਜਿੱਥੇ ਅਰਵਿੰਦ ਕੇਜਰੀਵਾਲ ਨੇ ਇਲੈਕਸ਼ਨ ਲੜਨਾ ਹੈ, ਉੱਥੇ ਤੁਸੀਂ ਪੰਜਾਬ ਦੀ ਇੱਕ ਬਹੁਤ ਵਧੀਆ ਉੱਥੇ ਤੁਸੀਂ ਗਵਰਨੈਂਸ ਦੇ ਰਹੇ ਹੋ। ਇਸ ਤਰ੍ਹਾਂ ਦਾ ਤੁਸੀਂ ਪ੍ਰੋਜੈਕਸ਼ਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਅਰਜਦੀਪ, ਇਨਫੈਕਟ ਮੈਨੂੰ ਇੱਕ ਆਮ ਆਦਮੀ ਪਾਰਟੀ ਦੇ ਲੀਡਰ ਨੇ ਜਦੋਂ ਮੈਂ ਉਹਨਾਂ ਨਾਲ ਡਿਸਕਸ਼ਨ ਕਰ ਰਿਹਾ ਸੀ, ਉਹਨਾਂ ਨੇ ਦੱਸਿਆ ਸੀ, ਕਹਿੰਦੇ ਕਿ ਇੱਕ ਇਲਜ਼ਾਮ ਸਾਡੇ ਤੇ
ਇੰਟਰਨਲੀ ਵੀ ਲੱਗਦਾ ਹੈ ਕਿ ਅਸੀਂ ਜਿਹੜਾ ਹੈ ਈਸਟ ਇੰਡੀਆ ਕੰਪਨੀ ਵਾਂਗਰ ਪੰਜਾਬ ਤੇ ਰੂਲ ਕਰ ਰਹੇ ਹਾਂ ਔਰ ਪੰਜਾਬ 'ਚੋਂ ਰੈਵਨਿਊ ਜਦੋਂ ਡੈਫਿਸਿਟ ਵੀ ਹੈ ਫਿਰ ਵੀ ਅਸੀਂ ਕੱਢ ਰਹੇ ਹਾਂ ਔਰ ਇਹ ਜਦੋਂ ਅਸੀਂ ਹਿਮਾਚਲ 'ਚ ਐਕਸਪੈਂਡ ਕਰਨਾ ਹੈ, ਗੁਜਰਾਤ 'ਚ ਕਰਨਾ ਹੈ ਜਾਂ ਹੁਣ ਕਰਨਾਟਕਾ, ਮੱਧ ਪ੍ਰਦੇਸ਼, ਛੱਤੀਸਗੜ੍ਹ ਵੱਲ ਪਲੈਨਿੰਗ ਹੋ ਰਹੀ ਹੈ, ਰਾਜਸਥਾਨ ਵੱਲ ਪਲੈਨਿੰਗ ਹੋ ਰਹੀ ਹੈ, ਤੇ ਉੱਥੋਂ ਕੱਢ ਰਹੇ ਔਰ ਇਸੇ ਤਰੀਕੇ ਨਾਲ ਈਸਟ ਇੰਡੀਆ ਕੰਪਨੀ ਨੇ ਕੀਤਾ ਸੀ ਕਿ ਵੈਸਟ ਬੰਗਾਲ ਦੇ ਵਿੱਚ ਜਿਹੜਾ ਹੈਗਾ ਪ੍ਰੋਬਲਮ ਸੀਗੀਆਂ ਫਿਰ ਵੀ ਉੱਥੋਂ ਦੀ ਅਸੀਂ ਅਨਾਜ ਕੱਢ ਕੇ ਲੰਡਨ ਦੇ ਵਿੱਚ ਜਾਂ ਵਰਲਡ ਵਾਰ 2 ਦੇ ਵਿੱਚ ਜਿਹੜੇ ਸੀਗੇ ਉਹਨਾਂ ਨੂੰ ਚੀਜ਼ਾਂ ਦੇ ਰਹੇ ਸੀਗੇ ਔਰ ਬਾਅਦ 'ਚੋਂ ਦੇਖਿਆ ਕਿ ਫੈਮਿਨ ਆ ਗਿਆ ਬੰਗਾਲ ਦੇ ਵਿੱਚ ਔਰ ਮਿਸਟਰ ਚਰਚਿਲ ਜਿਹੜਾ ਹੈ ਉਹ ਸਟ੍ਰੈਟਜੀ ਬਣਾਉਂਦਾ ਸੀ ਉਹੀ ਕਹਿੰਦੇ ਕਿ ਅਸੀਂ ਇੱਕ ਤਰੀਕੇ ਨਾਲ ਕਰ ਰਹੇ ਹਾਂ ਔਰ ਇਹਦੇ ਤੋਂ ਮੈਨੂੰ ਇਹ ਲੱਗਦਾ ਕਿ ਥੋੜ੍ਹੀ ਜਿਹੀ ਰਿਅਲਾਈਜੇਸ਼ਨ ਜਿਹੜੀ ਹੈਗੀ ਹੈ ਉਹ ਆਮ ਆਦਮੀ ਪਾਰਟੀ ਦੇ ਐਟਲੀਸਟ ਪੰਜਾਬ ਯੂਨਿਟ ਦੇ ਵਿੱਚ ਹੈ ਕਿ ਉਹਨਾਂ ਦੇ ਜਿਹੜੇ ਰਿਸੋਰਸਿਸ ਹੈ ਉਹਨਾਂ ਨੂੰ ਯੂਟਿਲਾਈਜ਼ ਕੀਤਾ ਜਾ ਤਾਂ ਪੰਜਾਬ ਯੂਨਿਟ ਨੂੰ ਜੋ ਲੀਡ ਕਰਦੇ ਨੇ ਭਗਵੰਤ ਮਾਨ ਕਿ ਉਹਨਾਂ ਨੂੰ ਰਿਅਲਾਈਜੇਸ਼ਨ ਹੈ ਕਿ ਉਹਨਾਂ ਦੇ ਹੱਥ ਵਸ ਕੁਝ ਨਹੀਂ ਹੈ, ਜਿਵੇਂ ਇਲਜ਼ਾਮ ਲੱਗਦੇ ਨੇ ਕਿ ਸਭ ਕੁਝ ਦਿੱਲੀ ਤੋਂ ਚੱਲਦਾ ਹੈ, ਰਿਮੋਟ ਕੰਟਰੋਲ ਦਿੱਲੀ ਦੇ ਹੱਥ ਵਿੱਚ ਹੈ, ਇਸ ਤੇ ਉਹਨਾਂ ਦਾ ਕੁਝ ਸੋਚਿਆ ਵਿਚਾਰਿਆ ਉਹਨਾਂ ਨੇ ਅਜੇ ਤੱਕ? ਮੇਰੀ ਉਹਨਾਂ ਨਾਲ ਇਸ ਬਾਰੇ ਗੱਲ ਨਹੀਂ ਹੋਈ ਹੈ ਬਟ ਉਹਨਾਂ ਦੇ ਇਰਦ ਗਿਰਦ ਦੇ ਜਿਹੜੇ ਲੋਕ ਹੈ ਉਹਨਾਂ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ ਔਰ ਉਹ ਕਹਿੰਦੇ ਹੈ ਕਿ ਉਹਨਾਂ ਨੂੰ ਹਾਲੇ ਇਸ ਚੀਜ਼ ਦਾ ਜਿਹੜਾ ਹੈਗਾ ਉਹ ਪੋਲੀਟੀਕਲ ਸੋਲੂਸ਼ਨਸ ਜਿਹੜੇ ਨੇ ਉਹ ਲੱਭ ਰਹੇ ਨੇ ਰਾਦਰ ਦੈਨ ਇਕਨੋਮਿਕ ਸੋਲੂਸ਼ਨਸ ਔਰ ਇਹ ਪੰਜਾਬ ਦੇ ਫਾਈਨੈਂਸਿਸ ਵਾਸਤੇ ਕੋਈ ਜ਼ਿਆਦਾ ਅੱਛੀ ਖਬਰ ਨਹੀਂ ਲੱਗਦੀ। ਹੋਰ ਕਿਹੜੇ ਚੈਲੰਜਸ ਨੇ ਭਗਵੰਤ ਮਾਨ ਸਰਕਾਰ ਅੱਗੇ ਜੋ ਅੱਗੇ ਉਹਨਾਂ ਨੂੰ ਐਡਰੈਸ ਕਰਨੇ ਪੈਣਗੇ ਜੋ ਅਜੇ ਫਿਲਹਾਲ ਉਹ ਨਹੀਂ ਕਰ ਰਹੇ? ਦੇਖੋ ਉਹਨਾਂ ਦੇ ਅੱਗੇ ਮੈਂ ਅਗਰ ਇਕਨੋਮੀ ਨੂੰ ਹੀ ਅੱਗੇ ਲੈ ਕੇ ਜਾਵਾਂ, ਪੰਜਾਬ ਇੱਕ ਐਗਰੀਕਲਚਰ ਜਿਹੜੇ ਕ੍ਰਾਈਸਿਸ ਦੇ ਵਿੱਚ ਜਾ ਰਿਹਾ ਹੈ ਔਰ ਉੱਥੇ ਆਲਰੇਡੀ ਪੋਲਿਊਸ਼ਨ ਇੱਕ ਬਹੁਤ ਵੱਡਾ ਇਸ਼ੂ ਹੈ, ਪ੍ਰੋਡਕਟਿਵਿਟੀ ਬਹੁਤ ਵੱਡਾ ਇਸ਼ੂ ਹੈ, ਦੈਨ ਮੋਨੋਕ੍ਰੌਪ ਜ਼ੋਨ ਦੇ ਵਿੱਚ ਪੰਜਾਬ ਹੈਗਾ, ਉੱਥੇ ਡਾਈਵਰਸੀਫਿਕੇਸ਼ਨ ਦੀ ਲੋੜ ਹੈ। ਇਹਨਾਂ ਨੇ ਲਾਸਟ ਟਾਈਮ ਇੱਕ ਟਰਾਈ ਕੀਤੀ ਸੀ ਕਿ ਪਲਸਿਸ ਮੂੰਗ ਦਾਲ ਉਹਨੂੰ ਪ੍ਰੋਕਿਓਰ ਕਰੇ ਔਰ ਉਹ ਕੋਈ ਜ਼ਿਆਦਾ ਸਕਸੈਸਫੁਲ ਨਹੀਂ ਸੀਗੀ ਔਰ ਤਕਰੀਬਨ ਸਰਕਾਰ 11% ਜਿਹੜੀ ਹੈ ਉਹ ਪ੍ਰੋਕਿਓਰ ਕਰ ਪਾਈ ਸੀ ਔਰ ਕਾਟਨ ਜਿਹੜੀ ਹੈਗੀ ਹੈ ਉਹ ਵੀ ਬੜੀ ਇੱਕ ਡਿਫਿਕਲਟ ਕ੍ਰੌਪ ਹੈ ਪੰਜਾਬ ਲਈ। ਪੰਜਾਬ ਦਾ ਐਗਰੀਕਲਚਰ ਮਾਡਲ ਜਿਹੜਾ ਹੈ ਉਹਨੂੰ ਰੀਓਰੀਐਂਟ ਕਰਨ ਦੀ ਲੋੜ ਹੈ ਔਰ ਜਿਹੜੀ ਉੱਥੇ ਦੀ ਸੋਇਲ ਹੈ ਉਹਦੇ ਵਿੱਚ ਕਾਫੀ ਹੱਦ ਤੱਕ ਫਰਟੀਲਾਈਜ਼ਰ ਜਾ ਚੁੱਕਾ ਹੈ, ਉੱਥੇ ਆਰਗੈਨਿਕ ਫਾਰਮਿੰਗ ਨੂੰ ਪੁਸ਼ ਕਰਨ ਦੀ ਲੋੜ ਹੈ ਔਰ ਉਹ ਜਿਹੜਾ ਚੀਜ਼ ਹੈਗੀ ਹੈ ਉਹ ਪੰਜਾਬ ਕਦੀ ਵੀ ਐਕਸਪੈਕਟ ਨਹੀਂ ਕਰ ਸਕਦਾ ਕਿ ਫਾਰਮਰਸ ਆਪਣੇ ਆਪ ਕਰਨ। ਉਹਦੇ ਵਾਸਤੇ ਸਰਕਾਰ ਨਾਟ ਓਨਲੀ ਪੰਜਾਬ ਸਰਕਾਰ ਬਟ ਸੈਂਟਰ ਦੀ ਗਵਰਨਮੈਂਟ ਨੂੰ ਵੀ ਹੈਲਪ ਕਰਨੀ ਪਏਗੀ ਔਰ ਉਹ ਫਾਰਮਰਸ ਦੇ ਨਾਲ ਬੈਠ ਕੇ ਕਿਸ ਤਰੀਕੇ ਨਾਲ ਰਿਜ਼ੋਲਵ ਕਰੇ, ਉਹਨੂੰ ਕਿੰਨੀ ਪ੍ਰੋਕਿਓਰਮੈਂਟ ਕਰੇ। ਪਰ ਜਿਸ ਤਰੀਕੇ ਦੀ ਕਨਫਰੰਟੇਸ਼ਨਸ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਸੈਂਟਰ ਨਾਲ, ਗਵਰਨਰ ਦੇ ਨਾਲ, ਉਹ ਸਕੋਪ ਨੂੰ ਘਟਾ ਦਿੰਦੀ ਹੈ। ਇਸੇ ਤਰੀਕੇ ਦੇ ਨਾਲ ਇੰਡਸਟਰੀ ਹੈ, ਇੰਡਸਟਰੀ 25% ਪੰਜਾਬ ਦੀ GDP ਨੂੰ ਕੰਟਰੀਬਿਊਟ ਕਰਦੀ ਹੈ ਪਰ ਜਿਹੜੀ ਇੰਡਸਟਰੀ ਹੈ ਉਹ ਆਪਣੇ ਆਪ ਨੂੰ ਐਕਸਪੈਂਡ ਨਹੀਂ ਕਰਨਾ ਚਾਹੁੰਦੀ ਪੰਜਾਬ ਦੇ ਵਿੱਚ। ਦੇ ਵਾਂਟ ਟੂ ਕਮ ਆਊਟ ਆਫ ਪੰਜਾਬ ਔਰ ਉਹਦੇ ਮਲਟੀਪਲ ਰੀਜ਼ਨਸ ਹੈ। ਲਾਅ ਐਂਡ ਆਰਡਰ ਇੱਕ ਬਹੁਤ ਵੱਡਾ ਇਸ਼ੂ ਹੈ ਪਰ GST ਆਉਣ ਤੋਂ ਬਾਅਦ ਉਹਨਾਂ ਲਈ ਕੋਈ ਜ਼ਿਆਦਾ ਇਨਸੈਂਟਿਵ ਨਹੀਂ ਰਹਿ ਗਿਆ ਕਿ ਉਹ ਪੰਜਾਬ ਦੇ ਵਿੱਚ ਹੀ ਇਨਵੈਸਟਮੈਂਟਸ ਕਰਨ। ਉਹਨਾਂ ਨੂੰ ਲੱਗਦਾ ਹੈ ਕਿ ਅਗਰ ਅਸੀਂ ਸੈਂਟਰਲ ਇੰਡੀਆ ਦੇ ਜਿਹੜੀ ਏਰੀਆਜ਼ ਹੈ ਜਿੱਥੇ ਬੈਨੀਫਿਟਸ ਵੀ ਜ਼ਿਆਦਾ ਨੇ ਉੱਥੇ ਅਸੀਂ ਆਪਣਾ ਕੰਮ ਐਕਸਪੈਂਡ ਕਰੀਏ। ਉਹ ਬਹੁਤ ਸਾਰੇ ਇੰਡਸਟਰੀਸਟ ਆਲਰੇਡੀ ਮੱਧ ਪ੍ਰਦੇਸ਼ 'ਚ ਜਾ ਚੁੱਕੇ ਹਨ, ਹੁਣ UP ਨੇ ਆਪਣੇ ਆਪ ਨੂੰ ਓਪਨ ਅਪ ਕੀਤਾ ਹੈ ਤੇ ਉਹ ਵੀ ਨੋਇਡਾ ਦੇ ਵਿੱਚ ਆਪਣਾ ਜਿਹੜੇ ਯੂਨਿਟਸ ਹੈ ਸ਼ਿਫਟ ਕਰਨਾ ਚਾਹੁੰਦੇ ਕਿਉਂਕਿ ਇੱਥੇ ਇੱਕ ਡੈਡੀਕੇਟਿਡ ਫਰੇਟ ਕੋਰੀਡੋਰ ਜਿਹੜਾ ਹੈਗਾ ਉਹ ਆਉਣ ਦੀ ਸੰਭਾਵਨਾ ਹੈ। ਤੇ ਇਸ ਤਰੀਕੇ 'ਚ ਪੰਜਾਬ ਦੇ ਜਿਹੜੇ ਚੈਲੰਜਸ ਹੈ ਦੋ ਵੱਡੇ ਜਿਹੜੇ ਧੁਰੇ ਹੈ ਉਹਨਾਂ ਵਾਸਤੇ ਹੈ ਇਕਨੋਮੀ ਦੇ ਪਰਸਪੈਕਟਿਵ ਨਾਲ ਔਰ ਪੋਲੀਟੀਕਲੀ ਅਗਰ ਅਸੀਂ ਦੇਖੀਏ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿਸ ਤਰੀਕੇ ਨਾਲ ਜਿੱਤ ਕੇ ਆਈ 92 ਸੀਟਸ ਲਿਆਈ ਹੈ, ਬਹੁਤ ਵੱਡਾ ਮੈਂਡੇਟ ਹੈ। ਉਹਦੇ ਨਾਲ ਹੋਇਆ ਕੀ ਹੈ ਕਿ ਦੋ ਜਿਹੜੀ ਕਨਵੈਨਸ਼ਨਲ ਪੋਲੀਟੀਕਲ ਫਰੰਟਸ ਹੈ ਅਕਾਲੀ ਦਲ ਤੇ ਕਾਂਗਰਸ ਉਹ ਕੋਲੈਪਸ ਕਰ ਗਈਆਂ ਔਰ ਉਹਦੇ ਨਾਲ ਜੋ ਪੰਥਿਕ ਸੋਚ ਵਾਲੇ ਲੋਕ ਹੈ ਉਹਨਾਂ ਨੂੰ ਹੁਣ ਦੁਬਾਰਾ ਸੋਚਣ ਦੀ ਲੋੜ ਪੈ ਗਈ ਹੈ ਕਿ ਅਗਰ ਅਕਾਲੀ ਦਲ ਨਹੀਂ ਤੇ ਉਹਨਾਂ ਵਾਸਤੇ ਕੀ ਹੈ, ਅਗਵਾਈ ਕੌਣ ਕਰੇਗਾ। ਇਸ ਲਈ ਬਹੁਤ ਸਾਰੇ ਉੱਥੇ ਲੀਡਰਸ ਖੜੇ ਹੋ ਗਏ ਜੋ ਪੰਥਿਕ ਏਜੰਡਿਆਂ ਨੂੰ ਖੜੇ ਕਰ ਰਹੇ ਨੇ। ਕੁਝ ਇੰਟੈਲੈਕਚੁਅਲਸ ਹੈ, ਕੁਝ ਪੁਰਾਣੇ ਟੈਰਰਿਸਟ ਹੈ ਜੋ ਮੇਨ ਸਟ੍ਰੀਮ 'ਚ ਆ ਗਏ। ਸਿਮਰਨਜੀਤ ਸਿੰਘ ਮਾਨ ਦਾ ਜਿੱਤਣਾ ਸੰਗਰੂਰ ਤੋਂ ਜਿੱਤਣਾ ਇੱਕ ਬੜਾ ਵੱਡਾ ਸਿਗਨਲ ਹੈ। ਹੁਣ ਪੰਥਕ ਵੋਟਰ ਇੱਕ ਨਵਾਂ ਆਲਟਰਨੇਟਿਵ ਲੱਭ ਰਹੇ ਜਿਹੜਾ ਅਕਾਲੀ ਦਲ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਕੰਟਰੀ ਵਾਸਤੇ ਵੀ ਔਰ ਸਟੇਟ ਵਾਸਤੇ ਵੀ ਕਿ ਉਹਨਾਂ ਨੇ ਇੱਕ ਮੋਡਰੇਟ ਸਿੱਖਾਂ ਨੂੰ ਇੱਕ ਸਪੇਸ ਦਿੱਤਾ ਸੀ ਪੋਲੀਟੀਕਲ ਦੇ ਵਿੱਚ ਡਾਇਲੌਗ ਦੇ ਵਿੱਚ। ਉਹ ਸਪੇਸ ਜਿਹੜਾ ਹੈ ਰੈਡੀਕਲ ਐਲੀਮੈਂਟਸ 'ਤੇ ਖੜੇ ਹੋਣ ਨਾਲ ਜਾਂ ਜਿਹੜੇ ਰੈਡੀਕਲ ਪੰਥਿਕ ਫੋਰਸਿਸ ਹੈ ਉਹਨਾਂ 'ਤੇ ਖੜੇ ਹੋਣ ਨਾਲ ਉਹ ਸਪੇਸ ਉਹਨਾਂ ਤੋਂ ਦੂਰ ਹੁੰਦਾ ਜਾ ਰਿਹਾ। ਦੂਜਾ ਹੈ ਕਿ ਕਾਂਗਰਸ ਦੇ ਕੋਲੈਪਸ ਦੇ ਨਾਲ ਜਿਹੜੇ ਲੈਫਟਿਸਟ ਫੋਰਸਿਸ ਸੀਗੀਆਂ
ਉਹ ਵੀ ਆਪਣੇ ਨਵੇਂ ਚਰਨ ਦੇ ਵਿੱਚ ਚੱਲ ਰਹੀਆਂ ਨੇ। ਉਹਨਾਂ ਨੇ ਇੱਕ ਬੜਾ ਵੱਡਾ ਧੜਾ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਨਾਲ ਆਇਆ ਹੈ, ਪਰ ਹਾਲੇ ਵੀ ਉਹ ਆਮ ਆਦਮੀ ਪਾਰਟੀ ਨਾਲ ਕੰਫਰਟੇਬਲ ਨਹੀਂ ਹੈ। ਉਹ ਡਾਇਰੈਕਟ ਕਨਫਰੰਟੇਸ਼ਨ ਚਾਹੁੰਦਾ ਹੈ ਸੈਂਟਰ ਦੇ ਨਾਲ, ਪਾਣੀਆਂ ਦੇ ਮੁੱਦੇ ਦੇ ਉੱਤੇ, ਚੰਡੀਗੜ੍ਹ ਦੇ ਮੁੱਦੇ ਉੱਤੇ, ਪੰਜਾਬ ਵੀ ਬੋਲਦੇ ਹੋਏ ਏਰੀਆਜ਼ ਦੇ ਉੱਤੇ। ਉਹ ਕਨਫਰੰਟੇਸ਼ਨ ਜਿਹੜੀ ਹੈਗੀ ਆ ਉਸ ਹੱਦ ਤੱਕ ਸ਼ਾਇਦ ਉਹਨਾਂ ਇਸ਼ੂਜ਼ ਦੀ ਅੰਡਰਸਟੈਂਡਿੰਗ ਨਹੀਂ ਹੈ ਪ੍ਰੈਜ਼ੈਂਟ ਰਜੀਮ ਨੂੰ, ਉਹਦੇ ਵਿੱਚ ਉਹ ਬੜੇ ਡਾਇਲੂਟਿਡ ਫਾਰਮ ਦੇ ਵਿੱਚ ਸਾਹਮਣੇ ਆਏ ਹੈ। ਤੇ ਉਹ ਵੀ ਜਿਹੜਾ ਹੈਗਾ ਇੱਕ ਇਸ਼ੂ ਖੜਾ ਕਰ ਰਿਹਾ ਪੰਜਾਬ ਦੇ ਵਿੱਚ, ਕਿਉਂਕਿ ਉਹ ਅਗਰ ਨਵਾਂ ਧਿਰ ਬਣੇਗਾ ਉਹ ਕੌਣ ਬਣਾਏਗਾ। ਅਗਰ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਰੀਓਰੀਐਂਟ ਕਰੇਗੀ ਤਾਂ ਕਿਸ ਤਰੀਕੇ ਨਾਲ ਕਰੇਗੀ, ਤਾਂ ਉਹ ਪੋਲੀਟੀਕਲ ਅਨਸਟੇਬਿਲਿਟੀ ਵੱਲ ਜਾ ਰਿਹਾ। ਤੇ ਇਸੇ ਦੇ ਲਈ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀ ਜਗ੍ਹਾਵਾਂ 'ਤੇ ਲੈਫਟਿਸਟ ਧਿਰਾਂ ਵੀ ਜਿਹੜੀਆਂ ਨੇ ਉਹ ਪ੍ਰੋਟੈਸਟ ਕਰ ਰਹੀਆਂ ਨੇ, ਔਰ ਪੰਥਕ ਧਿਰ ਤਾਂ ਜਿਹੜੇ 3-4 ਵੱਡੇ ਪ੍ਰੋਟੈਸਟ ਹੈ ਉਹਨਾਂ ਦੇ ਵਿੱਚ ਹੈ ਹੀ ਨਹੀਂ। ਅਨਿਲੇਸ਼ ਜੀ, ਤੁਸੀਂ ਟੱਚ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਗਵਰਨਰ ਦੇ ਨਾਲ ਵੀ ਇੱਕ ਵੱਡਾ ਇਸ਼ੂ ਚੱਲ ਰਿਹਾ, ਪੰਜਾਬ ਦੇ ਲੋਕ ਵੀ ਉਸ ਨੂੰ ਵਿਟਨੈਸ ਕਰ ਰਹੇ ਨੇ। ਇਹ ਇਸ਼ੂ ਜੋ ਹੈ ਸਰਕਾਰ ਤੇ ਪੰਜਾਬ ਦੇ ਲੋਕਾਂ ਤੇ ਕਿਵੇਂ ਭਾਰੀ ਪੈ ਸਕਦਾ ਹੈ? ਦੇਖੋ, ਪੰਜਾਬ ਦੇ ਵਿੱਚ ਜੋ ਗਵਰਨਰ ਦੇ ਨਾਲ ਇਸ਼ੂਜ਼ ਚੱਲ ਰਹੇ ਨੇ, ਔਰ ਅਗਰ ਤੁਸੀਂ ਦੇਖੋ ਕਿ ਮਮਤਾ ਬੈਨਰਜੀ ਦਾ ਵੀ ਜਦੋਂ ਤੇ ਜਗਦੀਪ ਧਨਖੜ ਸੀਗੇ ਉਹਨਾਂ ਨਾਲ ਕਨਫਰੰਟੇਸ਼ਨ ਸੀ, ਤਮਿਲਨਾਡੂ 'ਚ ਵੀ ਹੈ, ਜਿੱਥੇ ਆਪੋਜੀਸ਼ਨ ਦੀ ਸਰਕਾਰਾਂ ਨੇ ਉਹ ਸਭ ਕਲੇਮ ਕਰਦੇ ਹੈ ਕਿ ਸਾਡੇ ਗਵਰਨਰ ਜਿਹੜਾ ਹੈ ਸਾਨੂੰ ਕੰਮ ਨਹੀਂ ਕਰਨ ਦੇ ਰਹੇ ਐਂਡ ਆਲ ਦੈਟ। ਔਰ ਲਾਸਟ ਈਅਰ ਸੈਪਟੰਬਰ ਔਨਵਰਡਸ ਇਸ਼ੂਜ਼ ਜਿਹੜੇ ਆ ਪੰਜਾਬ 'ਚ ਵੀ ਸਾਹਮਣੇ ਆ ਰਹੇ ਹਨ, ਕੁਝ ਅਪਾਇੰਟਮੈਂਟਸ ਦੇ ਇਸ਼ੂਜ਼ ਹੈ। ਦੇਖੋ, ਜੋ ਗਵਰਨਰ ਬਾਰ-ਬਾਰ ਇਸ਼ੂਜ਼ ਉਠਾ ਰਿਹਾ ਉਹ ਗਵਰਨੈਂਸ ਦੇ ਹੀ ਉਠਾ ਰਹੇ ਨੇ। ਔਰ ਜਿਸ ਤਰੀਕੇ ਨਾਲ ਅਪਾਇੰਟਮੈਂਟਸ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਵਾਈਸ ਚਾਂਸਲਰ ਤੇ, ਉਹਨਾਂ ਨੇ ਕਿਹਾ ਕਿ ਵਾਇਲੇਸ਼ਨਸ ਨੇ, ਐਗਜ਼ਿਸਟਿੰਗ ਲਾਜ਼ ਦੀਆਂ ਵਾਇਲੇਸ਼ਨਸ ਹੈ, ਦੈਨ ਯੂ ਕਾਂਟ ਡੂ ਦਿਸ, ਔਰ ਉਹਨੂੰ ਰਿਵੋਕ ਕਰਨ ਦੀ ਗੱਲ ਕਰ ਰਹੇ ਹਨ। ਬਟ ਇਹ ਸਭ ਚੀਜ਼ਾਂ ਐਮੀਕੇਬਲੀ ਸੋਲਵ ਕੀਤੀਆਂ ਜਾ ਸਕਦੀਆਂ। ਇਹ ਅਲਟੀਮੇਟਲੀ ਜਿਹੜਾ ਚੀਫ ਮਿਨਿਸਟਰ ਹੈ ਉਹਦੀ ਇਮੇਜ ਨੂੰ ਡੈਮੇਜ ਕਰਦੀਆਂ ਨੇ ਕਿ ਉਹ ਰੂਲਸ ਵਾਇਲੇਟ ਕਰ ਰਿਹਾ। ਬਟ ਦੂਸਰਾ ਰੈਸੀਪ੍ਰੀਕੇਸ਼ਨ ਇਹ ਹੈ ਕਿ ਪੰਜਾਬ ਦੇ ਵਿੱਚ ਇਹ ਵੀ ਟੈਂਡੈਂਸੀ ਹੁੰਦੀ ਹੈ ਕਿ ਚੀਫ ਮਿਨਿਸਟਰ ਜਿਹੜਾ ਉਹ ਸੈਂਟਰ ਨਾਲ ਕਨਫਰੰਟੇਸ਼ਨ ਕਰ ਰਿਹਾ ਤੇ ਇੱਕ ਬਹੁਤ ਵੱਡਾ ਤਬਕਾ ਹੈ ਜਿਸ ਨੂੰ ਉਹ ਸਪੋਰਟ ਮਿਲਦੀ ਹੈ। ਪਰ ਜਿਹੜੀ ਲਾਸਟ ਕਨਫਰੰਟੇਸ਼ਨ ਹੋਈ ਹੈ ਜਿਸ 'ਚ ਭਗਵੰਤ ਮਾਨ ਨੇ ਇਹ ਕਲੇਮ ਕੀਤਾ ਕਿ ਇਹ ਮੇਰੀ ਸਰਕਾਰ ਹੈ, ਬਟ ਜਿਹੜਾ ਲਾਅ ਹੈ ਉਹ ਸੈਂਟਰ ਦੇ ਵਿੱਚ ਕਹਿੰਦਾ ਉਹ ਪ੍ਰੈਜ਼ੀਡੈਂਟ ਦੀ ਸਰਕਾਰ ਹੈ, ਔਰ ਸਟੇਟਸ ਦੇ ਵਿੱਚ ਕਹਿੰਦਾ ਗਵਰਨਰ ਦੀ ਸਰਕਾਰ ਹੈ, ਔਰ ਚੀਫ ਮਿਨਿਸਟਰ ਜਿਹੜਾ ਇਜ਼ ਐਨ ਅਪਾਇੰਟਮੈਂਟ ਆਫ ਗਵਰਨਰ, ਔਰ ਉਸ ਚੀਫ ਮਿਨਿਸਟਰ ਨੂੰ ਇਲੈਕਟ ਕਰਨ ਦਾ ਪ੍ਰੋਸੈਸਿਸ ਹੈ। ਤੇ ਇਹ ਸਭ ਜਿਹੜੀ ਹੈਗੀ ਹੈ ਐਗਜ਼ਿਸਟਿੰਗ ਲਾਅ ਦੀ ਵਾਇਲੇਸ਼ਨਸ ਹੈ। ਬਟ ਇਹ ਜਿਹੜੀ ਚੀਜ਼ਾਂ ਨੇ ਨਾ ਗਵਰਨਰ ਤੇ ਚੀਫ ਮਿਨਿਸਟਰ ਦੇ ਵਿੱਚ ਕਨਫਰੰਟੇਸ਼ਨਸ ਪੈਦਾ ਕਰਦਾ ਹੈ, ਔਰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਸਟੇਟ ਦੇ ਵਿੱਚ ਤੁਹਾਨੂੰ ਗਵਰਨਰ ਦੀ ਲੋੜ ਪੈਂਦੀ ਹੈ, ਔਰ ਸਪੈਸ਼ਲੀ ਚੰਡੀਗੜ੍ਹ ਜਿਸ ਤਰ੍ਹਾਂ ਐਡਮਿਨਿਸਟ੍ਰੇਟਰ ਹੀ ਗਵਰਨਰ ਹੁੰਦੇ ਆ ਤੇ ਔਰ ਉਹ ਸਟੇਟ ਦੀ ਕੈਪੀਟਲ ਹੈ, ਤੇ ਉੱਥੇ ਤੁਹਾਨੂੰ ਗਵਰਨਰ ਦੀ ਜ਼ਰੂਰਤ ਵੀ ਜ਼ਿਆਦਾ ਹੈ। ਤੇ ਇਸ ਤਰੀਕੇ ਦੀ ਕਨਫਰੰਟੇਸ਼ਨਸ ਨੂੰ ਜਿੰਨਾ ਅਵੋਇਡ ਕਰਨ, ਕਈ ਕਹਿੰਦੇ ਕਿ ਆਮ ਆਦਮੀ ਪਾਰਟੀ ਦਿੱਲੀ ਵਰਗਾ ਮਾਹੌਲ ਪੰਜਾਬ 'ਚ ਬਣਾ ਰਹੀ ਹੈ, ਲੇਕਿਨ ਪੰਜਾਬ 'ਚ ਐਸਾ ਕੁਝ ਨਹੀਂ ਹੈ। ਸਰਕਾਰ ਭਗਵੰਤ ਮਾਨ ਦੇ ਹੱਥ ਵਿੱਚ ਹੈ, ਆਮ ਆਦਮੀ ਪਾਰਟੀ ਦੇ ਹੱਥ ਵਿੱਚ ਹੈ। ਬੇਫਜ਼ੂਲ ਹੀ ਇਸ ਤਰ੍ਹਾਂ ਦੀ ਕੰਟਰੋਵਰਸੀ ਪੈਦਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਨਹੀਂ, ਇਸ ਦੇ ਵਿੱਚ ਮੈਂ ਤੁਹਾਨੂੰ ਜਿਸ ਤਰ੍ਹਾਂ ਪਹਿਲੇ ਦੱਸਿਆ ਕਿ ਦੋ ਚੀਜ਼ਾਂ ਨੇ। ਇੱਕ ਹੈ ਕਿ ਤੁਸੀਂ ਇਮੇਜ ਕਿਸ ਤਰ੍ਹਾਂ ਕ੍ਰੀਏਟ ਕਰ ਰਹੇ ਹੋ ਐਜ਼ ਅ ਚੀਫ ਮਿਨਿਸਟਰ, ਔਰ ਉਹਦੇ ਵਿੱਚ ਤੁਸੀਂ ਇਹ ਦਿਖਾਣਾ ਚਾਹ ਰਹੇ ਹੋ ਕਿ ਮੇਰਾ ਹੀ ਰੋਲ ਹੈ, ਵਟ ਐਵਰ ਆਈ ਵਿਲ ਵਾਂਟ ਟੂ ਡੂ ਆਈ ਵਿਲ ਡੂ। ਉਹ ਇੱਕ ਐਸਪੈਕਟ ਹੈ। ਦੂਸਰਾ ਐਸਪੈਕਟ ਇਹ ਹੈ ਕਿ ਜਦੋਂ ਤੁਸੀਂ ਗਵਰਨਰ ਨਾਲ ਕਨਵਰਟੇਸ਼ਨ ਕਰਦੇ ਹੋ ਤਾਂ ਪੰਜਾਬ 'ਚ ਕੀ ਹਰ ਜਗ੍ਹਾ ਹੁੰਦਾ ਹੈ ਕਿ ਹੀ ਇਜ਼ ਅ ਦਿੱਲੀਜ਼ ਨੋਮੀਨੀ ਦੇਅਰ। ਦਿੱਲੀ ਮੀਨਸ ਸੈਂਟਰਲ ਗਵਰਨਮੈਂਟ, ਤੇ ਤੁਸੀਂ ਸੈਂਟਰਲ ਗਵਰਨਮੈਂਟ ਦੇ ਨਾਲ ਕਨਫਰੰਟੇਸ਼ਨ ਕਰ ਰਹੇ ਹੋ। ਤੇ ਅਗਰ ਭਗਵੰਤ ਮਾਨ ਜੀ ਇਹ ਚਾਹੁੰਦੇ ਆ ਕਿ ਇਸ ਤਰ੍ਹਾਂ ਦੀ ਇਮੇਜ ਬਣੇ ਕਿ ਉਹ ਸੈਂਟਰ ਨਾਲ ਡਾਇਰੈਕਟ ਪੰਗਾ ਲੈ ਰਹੇ ਨੇ, ਤੇ ਇਹ ਤਰੀਕਾ ਮਤਲਬ ਇਟਸ ਵਨ ਆਫ ਦ ਪਲੋਇਜ਼। ਬਟ ਉਹਦਾ ਨੁਕਸਾਨ ਜਿਹੜਾ ਹੈ ਉਹ ਕਾਮਨ ਪੰਜਾਬੀ ਦਾ ਨਹੀਂ ਹੋਣਾ ਚਾਹੀਦਾ। ਇਹ ਦਿਸ ਇਜ਼ ਦੀ what most of the intellectuals in Punjab say। ਤੇ ਬਿਲਕੁਲ 1 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ 'ਚ ਤਕਰੀਬਨ ਪੂਰਾ ਹੋ ਗਿਆ ਹੈ। ਹੁਣ ਸਾਲ ਬਾਅਦ ਦੇਖੇ ਤੇ ਆਮ ਆਦਮੀ ਪਾਰਟੀ ਕਿੱਥੇ ਖੜੀ ਹੈ? ਜਿਵੇਂ ਅਸੀਂ ਸਾਲ ਪਹਿਲਾਂ ਉਹਨਾਂ ਦਾ ਮਾਹੌਲ ਦੇਖਦੇ ਸੀ, ਅਗਰ ਅੱਜ ਦੀ ਡੇਟ 'ਚ ਚੋਣਾਂ ਹੋਣ, ਕੀ ਲੱਗਦਾ ਹੈ ਆਮ ਆਦਮੀ ਪਾਰਟੀ ਉਹੀ ਆਪਣਾ ਜੋ ਵਿਕਟਰੀ ਹੈ ਉਹ ਦੁਹਰਾ ਪਾਏਗੀ? ਦੇਖिए, ਇਹ 1 ਸਾਲ ਦੇ ਬਾਅਦ ਕਿਸੇ ਪੋਲੀਟੀਕਲ ਪਾਰਟੀ ਬਾਰੇ ਕਹਿਣਾ ਕਿ ਉਹ 4 ਸਾਲ ਦੇ ਬਾਅਦ ਕਿੱਦਾਂ ਪਰਫਾਰਮ ਕਰੇਗੀ, ਇਟ ਇਜ਼ ਵੈਰੀ ਅਨਫੇਅਰ। ਔਰ ਪੋਲੀਟੀਕਲੀ ਜਿਹੜੀ ਚੀਜ਼ਾਂ ਨੇ ਉਹ ਅਲੱਗ ਤਰੀਕੇ ਨਾਲ ਬਣਦੀਆਂ ਨੇ। ਪਰ ਜੋ ਇੰਡੀਆ ਟੁਡੇ ਦਾ ਸਰਵੇ ਆਇਆ ਸੀ ਤੇ ਉਹਦੇ ਹਿਸਾਬ ਨਾਲ ਤਾਂ ਦੇ ਆਰ ਡੂਇੰਗ ਫਾਈਨ। ਔਰ ਉਹਦੇ ਵਾਸਤੇ ਦੇਖੋ, ਇੱਕ ਭਗਵੰਤ ਮਾਨ ਜੀ ਦਾ ਕਹਿਣਾ ਪਏਗਾ ਕਿ he has an image of somebody who wants to do something for Punjab। ਸੈਕੰਡਲੀ ਇਹਨਾਂ ਦੀ ਓਰੇਟਰੀ ਸਕਿੱਲਸ ਬਹੁਤ ਅੱਛੇ ਹਨ, ਔਰ ਪੰਜਾਬ ਦੇ ਵਿੱਚ ਅਗਰ ਬਾਕੀ ਇਹਨਾਂ ਦੇ ਕੰਟੈਂਪਰੇਰੀਜ਼ ਦੀ ਗੱਲ ਕਰੇ ਤੇ ਇਹਨਾਂ ਦਾ
ਇਹਨਾਂ ਕੋਲ ਈਜ਼ ਹੈ ਜਿਹਦੇ ਨਾਲ ਉਹ ਆਪਣੀ ਗੱਲ ਕਰ ਪਾਉਂਦੇ ਨੇ। ਤੀਸਰੀ ਚੀਜ਼ ਜਿਹੜੀ ਹੈ ਇਹਨਾਂ ਦੀ ਐਡਵਾਂਟੇਜ ਜਾਂਦੀ ਹੈ ਉਹ ਇਹ ਜਾਂਦੀ ਹੈ ਕਿ ਇਹ ਟਰਾਂਸਪੇਰੈਂਸੀ ਵੱਲ ਜਾਣ ਦੀ ਗੱਲ ਕਰਦੇ ਹੈ, ਔਰ ਇਹਨਾਂ ਨੇ ਆਪਣੇ ਵੀ ਐਮਐਲਏਸ ਦੇ ਅਗੇਂਸਟ ਐਕਸ਼ਨ ਲਿਆ, ਆਪਣੇ ਮਿਨਿਸਟਰਸ ਦੇ ਅਗੇਂਸਟ ਐਕਸ਼ਨ ਲਿਆ, ਪਲੱਸ ਆਪੋਜੀਸ਼ਨ ਦੇ ਜਿਹੜੇ ਕਰਪਸ਼ਨ ਦੇ ਵਿੱਚ ਇਨਵੋਲਵ ਲੋਕ, ਮਤਲਬ ਇਹਨਾਂ ਨੂੰ ਲੱਗਦਾ ਹੈ ਉਹਨਾਂ ਦੇ ਅਗੇਂਸਟ ਐਕਟਿਵਲੀ ਜਿਹੜੀ ਹੈ ਵਿਜੀਲੈਂਸ ਬਿਊਰੋ ਇਨਵੈਸਟੀਗੇਸ਼ਨਸ ਕਰ ਰਹੀ ਹੈ। ਪਲੱਸ ਜਿਹੜੇ ਛੋਟੇ ਛੋਟੇ ਆਫੀਸ਼ੀਅਲਸ ਵੀ ਹੈ, ਕਲਰਕਸ ਹੈ ਔਰ ਹੋਰ ਲੋਕ ਨੇ, ਪਟਵਾਰੀ ਨੇ, ਉਹਨਾਂ ਉਸ ਲੈਵਲ ਤੇ ਉੱਤੇ ਵੀ ਇਹ ਐਕਸ਼ਨਸ ਲੈ ਰਹੇ ਨੇ, ਟ੍ਰਾਂਸਪੇਰੈਂਸੀ ਲਿਆ ਰਹੇ ਨੇ। ਨਹੀਂ, ਟ੍ਰਾਂਸਪੇਰੈਂਸੀ ਨਹੀਂ ਲਿਆ ਰਹੇ, ਬਟ ਕਰਪਸ਼ਨ ਤੇ ਅਟੈਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਟ੍ਰਾਂਸਪੇਰੈਂਸੀ ਲਿਆਣਾ ਇੱਕ ਅਲੱਗ ਮੈਕੈਨਿਜ਼ਮ ਹੈ, ਉਹਦੇ ਵਾਸਤੇ ਤੁਹਾਨੂੰ ਟੈਕਨੋਲੋਜੀ ਯੂਜ਼ ਕਰਨੀ ਪਏਗੀ, ਉਹਦੇ ਵਾਸਤੇ ਤੁਹਾਨੂੰ ਈਜ਼ ਆਫ ਲਿਵਿੰਗ ਕਰਨੀ ਪਏਗੀ, ਈਜ਼ ਆਫ ਡੂਇੰਗ ਬਿਜ਼ਨਸ ਕਰਨਾ ਪਏਗਾ। ਉਧਰ ਹਾਲੇ ਨਹੀਂ ਵਧਿਆ, ਬਟ ਇਹ ਜਿਹੜਾ ਲਾਰਜਲੀ ਹੈ ਕਰਪਸ਼ਨ ਤੇ ਜਿਹੜਾ ਅਟੈਕ ਹੈ ਉਸ ਤੇ ਭਗਵੰਤ ਮਾਨ ਕੰਮ ਕਰ ਰਿਹਾ, ਔਰ ਉਹ ਜਿਹੜਾ ਹੈ ਬ੍ਰਾਂਡ ਵੈਲਿਊ ਇਹਨਾਂ ਨੂੰ ਦਿੰਦਾ ਹੈ। although opposition attack ਕਰਦੀ ਹੈ, but it's their job to do it। ਪਰ ਜਿੰਨਾ ਅਸੀਂ ਚੈਲੰਜਸ ਦੀ ਗੱਲ ਕੀਤੀ ਹੈ, ਲਾਅ ਐਂਡ ਆਰਡਰ ਦੀ ਗੱਲ ਕੀਤੀ ਹੈ, ਫਾਈਨੈਂਸ਼ੀਅਲ ਕ੍ਰਾਈਸਿਸ ਦੀ ਗੱਲ ਕੀਤੀ ਹੈ, ਇਹਨਾਂ ਚੀਜ਼ਾਂ ਦੇ ਨਾਲ ਭਗਵੰਤ ਮਾਨ ਦੀ ਸਰਕਾਰ ਜਸਟਿਸ ਅਜੇ ਫਿਲਹਾਲ ਕਿਉਂ ਨਹੀਂ ਕਰ ਪਾ ਰਹੀ ਹੈ? ਦੇਖੋ, ਸਭ ਤੋਂ ਵੱਡਾ ਜੋ ਮੈਨੂੰ ਦਿਖਦਾ ਹੈ ਉਹ ਇਹ ਦਿਖਦਾ ਹੈ ਕਿ ਇਹਨਾਂ ਨੂੰ ਐਡਮਿਨਿਸਟ੍ਰੇਸ਼ਨ ਦੀ ਹਾਲੇ ਅੰਡਰਸਟੈਂਡਿੰਗ ਥੋੜੀ ਹੋਰ ਲੈਣ ਦੀ ਜ਼ਰੂਰਤ ਹੈ, ਔਰ ਐਡਮਿਨਿਸਟ੍ਰੇਸ਼ਨ ਦਾ ਇਸ਼ੂ ਤਾਂ ਹੈ ਹੀ ਹੈ। ਦੂਸਰਾ ਹੈ, ਮੈਨੂੰ ਮਤਲਬ ਮੈਂ ਬਹੁਤ ਸਾਰੇ ਬਿਊਰੋਕਰੈਟਸ ਨਾਲ ਵੀ ਗੱਲ ਕਰਦਾ ਹਾਂ, ਹਾਲੇ ਆਊਟ ਆਫ ਬਾਕਸ ਜਿਹੜੀ ਥਿੰਕਿੰਗ ਹੈ ਉਹ ਹਾਲੇ ਜਿਹੜੀ ਹੈ ਨਹੀਂ ਆਈ ਹੈ। ਔਰ ਤੀਸਰੀ ਚੀਜ਼ ਜਿਹੜੀ ਮੈਨੂੰ ਲੱਗਦੀ ਹੈ ਕਿ ਜਿਸ ਤਰੀਕੇ ਨਾਲ ਐਂਟੀ ਕਰਪਸ਼ਨ ਮੂਵਮੈਂਟ ਚੱਲ ਰਹੀ ਹੈ ਔਰ ਜਿਸ ਤਰੀਕੇ ਨਾਲ ਲਾਅ ਐਂਡ ਆਰਡਰ ਦੇ ਇਸ਼ੂਜ਼ ਆ ਰਹੇ ਹੈ, ਤੇ ਬਿਊਰੋਕ੍ਰੇਸੀ ਜਿਹੜੀ ਹੈ ਉਹਦੇ ਵਿੱਚ ਹਾਲੇ ਇੱਕ ਮਤਲਬ ਤੁਸੀਂ ਕਹੋ ਕਿ ਉਹਨੂੰ ਡਰ ਦਾ ਮਾਹੌਲ ਹੈ ਜਾਂ ਉਹਨਾਂ ਦੇ ਮੋਰਲ ਇਜ਼ ਡਾਊਨ, ਤੇ ਉਹ ਥੋੜਾ ਹਾਲੇ ਸਪੇਸ ਨਹੀਂ ਬਣਿਆ। ਉਹਦੇ ਵਾਸਤੇ ਪੋਲੀਟੀਕਲ ਡਾਇਲੌਗ ਹੋਣਾ ਬਹੁਤ ਜ਼ਰੂਰੀ ਹੈ, ਅੰਡਰਸਟੈਂਡਿੰਗ ਆਫ ਵਾਟ ਚੀਫ ਮਿਨਿਸਟਰ ਵਾਂਟਸ ਉਹ ਬਹੁਤ ਜ਼ਰੂਰੀ ਹੈ, ਔਰ ਹਾਲੇ ਉਸ 'ਚ ਗੈਪ ਮੈਨੂੰ ਦਿਖਦਾ ਹੈ। ਬਹੁਤ ਬਹੁਤ ਧੰਨਵਾਦ ਅਨਿਲੇਸ਼ ਜੀ ਗੱਲਬਾਤ ਕਰਨ ਲਈ। ਸੋ ਮਾਨ ਇਨ ਅ ਮਡਲ ਮੁਸੀਬਤ 'ਚ ਭਗਵੰਤ ਮਾਨ, ਇਸ ਤੋਂ ਅਸੀਂ ਡੀਕੋਡ ਕਰਨ ਦੀ ਕੋਸ਼ਿਸ਼ ਕੀਤੀ ਕਿ ਕੀ ਚੁਣੌਤੀਆਂ ਭਗਵੰਤ ਮਾਨ ਸਰਕਾਰ ਅੱਗੇ, ਮੁੱਖ ਮੰਤਰੀ ਭਗਵੰਤ ਮਾਨ ਦੇ ਅੱਗੇ ਨੇ, ਤੇ ਇਹ ਕਿਉਂ ਪੈਦਾ ਹੋ ਰਹੀਆਂ ਨੇ। ਇਸ ਸਥਿਤੀ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨਿਪਟ ਕਿਉਂ ਨਹੀਂ ਪਾ ਰਹੀ ਹੈ। ਸਾਲ ਪੂਰਾ ਹੋਣ ਵਾਲਾ ਹੈ, ਬਾਕੀ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪੂਰੇ ਮਾਹੌਲ ਤੇ ਕੀ ਕੁਝ ਕਹਿਣਾ ਚਾਹੋਗੇ, ਕਮੈਂਟ ਕਰਕੇ ਜ਼ਰੂਰ ਦੱਸੋ। ਫਿਲਹਾਲ ਮੈਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ਪੰਜਾਬ ਤੱਕ। ਸਤਿ ਸ਼੍ਰੀ ਅਕਾਲ।